ਆਪਾਂ ਸਾਰਿਆਂ ਨੇ ਸੁਣਿਆ ਕਿ ਪੰਜਾਬ 1849 ਵਿੱਚ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ। ਇਹ ਸੱਚ ਹੈ ਪਰ ਅਧੂਰਾ। ਅਸਲ ਵਿੱਚ ਖਾਲਸਾ ਰਾਜ 1849 ਵਿੱਚ ਅੰਗਰੇਜ਼ਾਂ ਦੇ ਅਧੀਨ ਆਇਆ ਸੀ। ਇਹ ਪੂਰਾ ਪੰਜਾਬ ਨਹੀਂ ਸੀ। ਖਾਲਸਾ ਰਾਜ ਦੀਆਂ ਹੱਦਾਂ ਸਤਲੁਜ ਤੋਂ ਪਰਲੇ ਪਾਸੇ ਅਫਗਾਨਿਸਤਾਨ ਤੱਕ ਸੀ। ਫਿਰ ਸੋਚਣ ਵਾਲੀ ਗੱਲ ਹੈ ਕਿ ਸਤਲੁਜ ਤੋਂ ਇੱਧਰ ਵਾਲਾ ਪੰਜਾਬ ਜੋ ਕਿ ਜ਼ਿਆਦਾਤਰ ਮਾਲਵਾ ਇਲਾਕਾ ਹੈ, ਉਸ ਦਾ ਕੀ ਬਣਿਆ? ਕੀ ਉਹ ਖਾਲਸਾ ਰਾਜ ਦਾ ਹਿੱਸਾ ਨਹੀਂ ਸੀ? ਆਪਣੇ ਚੋਂ ਬਹੁਤਿਆਂ ਨੂੰ ਇਸ ਗੱਲ ਬਾਰੇ ਪਤਾ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਬਾਰੇ ਜਦੋਂ ਆਪਾਂ ਸੁਣਦੇ ਹਾਂ ਤਾਂ ਸਾਰੀਆਂ ਜੰਗਾਂ ਮੁਲਤਾਨ, ਅਟਕ, ਕਾਬੁਲ, ਦर्रा खैबर ਵਗੈਰਾ ਦੀਆਂ ਹੀ ਨੇ। ਮਾਲਵੇ ਨਾਲ ਜੁੜੀ ਹੋਈ ਕੋਈ ਵੀ ਕਹਾਣੀ ਆਪਣੇ ਸਾਹਮਣੇ ਨਹੀਂ ਆਈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਗੱਲ ਤਾਂ ਇਹ ਠੀਕ ਹੈ, ਫਿਰ ਮਾਲਵੇ ਦਾ ਕੀ ਬਣਿਆ? ਹੁਣ ਗੱਲ ਸ਼ੁਰੂ ਹੁੰਦੀ ਹੈ 1806-1807 ਤੋਂ। ਹੁਣ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਵਧੀਆ ਰਾਜ ਚਲਾ ਲਿਆ ਸੀ ਲਾਹੌਰ ਵਿੱਚ। ਫੌਜਾਂ ਵੀ ਚੰਗੀਆਂ ਸੀ, ਰਾਜ ਵੱਡੇ ਪੱਧਰ ਤੇ ਵੀ ਪਹੁੰਚ ਗਿਆ ਸੀ। ਸਾਰੇ ਖੁਸ਼ ਸੀ ਮਹਾਰਾਜੇ ਦੇ ਦਿਆਲੂ ਸੁਭਾਅ ਕਰਕੇ। ਇਹ ਤਾਂ ਗੱਲ ਹੈ ਲਾਹੌਰ ਦੀ। ਮਾਲਵੇ ਵਿੱਚ ਕੀ ਹੋਇਆ? ਮਾਲਵੇ ਵਿੱਚ ਉਸ ਸਮੇਂ ਸਿੱਖ ਸਰਦਾਰਾਂ ਦੀਆਂ ਰਿਆਸਤਾਂ ਸੀ, ਪਟਿਆਲਾ, ਜੀਂਦ, ਨਾਭਾ, ਕੈਥਲ ਤੇ ਫਰੀਦਕੋਟ। ਇਹਨਾਂ ਚੋਂ ਫਰੀਦਕੋਟ ਬਿਲਕੁਲ ਅਲੱਗ ਚੱਲਦੀ ਸੀ, ਜਿਸ ਨੇ ਬਾਕੀ ਸਾਰਿਆਂ ਦਾ ਸਾਥ ਕਦੇ ਨਹੀਂ ਸੀ ਦਿੱਤਾ। ਬਾਕੀ ਬਚੇ ਚਾਰ। ਪਟਿਆਲੇ ਦਾ ਰਾਜਾ ਸੀ ਉਸ ਸਮੇਂ ਰਾਜਾ ਸਾਹਿਬ ਸਿੰਘ, ਬੜਾ ਬੇਅਕਲ, ਮੰਦਬੁੱਧੀ, ਝਗੜਾਲੂ ਤੇ ਲਾਈ ਲੱਗ ਕਿਸਮ ਦਾ ਇਨਸਾਨ। ਕਈ ਵਾਰੀ ਤਾਂ ਜਵਾਕਾਂ ਵਰਗੀਆਂ ਹਰਕਤਾਂ ਕਰਨ ਲੱਗ ਜਾਂਦਾ ਸੀ। ਆਪਣੀ ਘਰਵਾਲੀ ਨਾਲ ਰੋਜ਼ ਦੇ ਝਗੜੇ ਹੁੰਦੇ ਸੀ ਇਸਦੇ। ਇਹਦੀ ਭੈਣ ਇਸ ਤੋਂ ਬਿਲਕੁਲ ਉਲਟ ਸੀ, ਸਿਆਣੀ, ਸੂਝਵਾਨ, ਦਿਮਾਗੀ ਔਰਤ। ਉਹੀ ਸਾਰਾ ਰਾਜ ਭਾਗ ਸਾਂਭ ਰਹੀ ਸੀ। ਪਰ ਜਦੋਂ ਸਾਹਿਬ ਸਿੰਘ ਦਾ ਵਿਆਹ ਹੋਇਆ ਤਾਂ ਉਸ ਦੀ ਪਤਨੀ ਨੂੰ ਇਸ ਦੀ ਭੈਣ ਤੋਂ ਈਰਖਾ ਹੋਣ ਲੱਗ ਪਈ, ਯਾਨੀ ਕਿ ਆਪਣੀ ਨਨਦ ਤੋਂ। ਹੁਣ ਉਹਨੇ ਆਪਣੇ ਘਰ ਵਾਲੇ ਸਾਹਿਬ ਸਿੰਘ ਨੂੰ ਆਪਣੀ ਭੈਣ ਦੇ ਖਿਲਾਫ ਕਰ ਦਿੱਤਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੰਨਾਂ ਦੇ ਕੱਚੇ ਸਾਹਿਬ ਸਿੰਘ ਨੇ ਆਪਣੀ ਭੈਣ ਨੂੰ ਬਿਨਾਂ ਕਿਸੇ ਕਾਰਨ ਤੋਂ ਮਹਿਲਾਂ ਤੋਂ ਬਾਹਰ ਕੱਢ ਦਿੱਤਾ। ਹੁਣ ਇਸ ਦੀ ਘਰਵਾਲੀ ਸਾਰਾ ਕੁਝ ਆਪ ਸਾਂਭਣਾ ਚਾਹੁੰਦੀ ਸੀ। ਇਸ ਕਰਕੇ ਇਹ ਝਗੜਾ ਹੁਣ ਪਰਿਵਾਰਿਕ ਘੱਟ ਅਤੇ ਰਾਜਨੀਤਿਕ ਜ਼ਿਆਦਾ ਰੂਪ ਲੈ ਰਿਹਾ ਸੀ। ਰਾਜਾ ਸਾਹਿਬ ਸਿੰਘ ਦੀ ਆਪਣੀ ਸਭ ਤੋਂ ਨੇੜਲੀ ਰਿਆਸਤ ਨਾਭਾ ਰਿਆਸਤ ਨਾਲ ਵੀ ਨਹੀਂ ਸੀ ਬਣਦੀ। ਇੱਕ ਛੋਟੇ ਜਿਹੇ ਪਿੰਡ ਪਿੱਛੇ ਉਸ ਦਾ ਝਗੜਾ ਹੋ ਗਿਆ ਸੀ ਇਹਨਾਂ ਨਾਲ। ਐਵੇਂ ਦੇ ਕਈ ਝਗੜਿਆਂ ਕਰਕੇ ਹੁਣ ਇਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਭੇਜੀ। ਉਸ ਵਿੱਚ ਇਹਨੇ ਮਹਾਰਾਜੇ ਨੂੰ ਪਟਿਆਲੇ ਆਉਣ ਲਈ ਕਿਹਾ ਸੀ। ਮਹਾਰਾਜੇ ਨੇ ਇਹ ਨਿਯੋਤਾ ਮੰਨ ਲਿਆ ਤੇ ਉਹ ਪੂਰੀ ਸ਼ਾਨੋ ਸ਼ੌਕਤ ਤੇ ਠਾਠ-ਬਾਠ ਨਾਲ ਲਾਹੌਰ ਤੋਂ ਪਟਿਆਲੇ ਆਇਆ। ਮਹਾਰਾਜੇ ਦੀ ਠਾਠ-ਬਾਠ ਤੇ ਫੌਜ ਦੇਖ ਕੇ ਇਹ ਰਾਜਾ ਸਾਹਿਬ ਸਿੰਘ ਡਰ ਕੇ ਮਹਿਲਾਂ ਅੰਦਰ ਲੁਕ ਗਿਆ। ਆਪ ਹੀ ਬੁਲਾ ਕੇ ਆਪ ਹੀ ਅੰਦਰ ਵੜ ਗਿਆ ਤੇ ਕਹਿੰਦਾ ਕਿ ਇਹ ਤਾਂ ਸਾਡੇ ਉੱਤੇ ਚੜਾਈ ਕਰਨ ਆਇਆ। ਅਧਿਕਾਰੀਆਂ ਨੇ ਸਮਝਾ ਕੇ ਮਸਾਂ ਬਾਹਰ ਕੱਢਿਆ ਤੇ ਫਿਰ ਮਹਾਰਾਜੇ ਨੂੰ ਮਿਲਣ ਤੇ ਸਵਾਗਤ ਕਰਨ ਆਇਆ। ਮਹਾਰਾਜੇ ਨੇ ਬੜੀ ਸੂਝ-ਬੂਝ ਨਾਲ ਇਹਦੇ ਝਗੜੇ ਨਿਪਟਾ ਦਿੱਤੇ ਸੀ। ਸਭ ਕੁਝ ਠੀਕ ਹੋ ਗਿਆ ਸੀ। ਮਹਾਰਾਜੇ ਦੇ ਆਉਣ ਵੇਲੇ ਉੱਥੇ ਬਾਕੀ ਰਿਆਸਤਾਂ ਦੇ ਰਾਜੇ ਤੇ ਅਧਿਕਾਰੀ ਵੀ ਸ਼ਾਮਲ ਹੋਏ ਸੀ, ਯਾਨੀ ਕਿ ਨਾਭਾ, ਜੀਂਦ ਤੇ ਕੈਥਲ ਦੇ। ਇਹ ਸਾਰੇ ਹੀ ਸਰਦਾਰ ਫੂਲਕੀਆਂ ਮਿਸਲ ਦੇ ਸੀ। ਫੂਲਕੀਆਂ ਮਿਸਲ ਸ਼ੁਰੂ ਤੋਂ ਹੀ ਸਮੇਂ ਦੀ ਹਕੂਮਤ ਨਾਲ ਮਿਲ ਕੇ ਚੱਲਦੀ ਸੀ। ਇਹ ਚਾਹੇ ਸਿੱਖਾਂ ਦੇ ਹੱਕ ਵਿੱਚ ਹੋਵੇ ਤੇ ਭਾਵੇਂ ਨਾ। ਇਹਨਾਂ ਨੇ ਕਦੇ ਵੀ ਪੰਥਕ ਏਕਤਾ ਨਹੀਂ ਸੀ ਦਿਖਾਈ। ਇਹ ਹਮੇਸ਼ਾ ਆਪਣਾ ਬਚਾਓ ਕਰਦੇ ਆਏ ਸੀ। ਜੰਗਾਂ ਵਿੱਚ ਹਿੱਸਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਸੀ ਇਹਨਾਂ ਵਾਸਤੇ। ਹੁਣ ਹੋਇਆ ਇਹ ਕਿ ਮਹਾਰਾਜੇ ਨੂੰ ਦੇਖ ਕੇ, ਉਸ ਦੀ ਸ਼ਕਤੀ ਦੇਖ ਕੇ ਇਹ ਇੰਨੇ ਡਰ ਗਏ ਕਿ ਸ਼ੱਕ ਕਰਨ ਲੱਗ ਪਏ ਸੀ ਵੀ ਕਿਤੇ ਮਹਾਰਾਜਾ ਇਹਨਾਂ ਨੂੰ ਖਤਮ ਕਰਕੇ ਆਪਣੇ ਅਧੀਨ ਹੀ ਨਾ ਕਰ ਲਵੇ। ਇਹ ਸਿਰਫ ਸ਼ੱਕ ਸੀ ਇਹਨਾਂ ਦਾ, ਕਿਉਂਕਿ ਮਹਾਰਾਜੇ ਦਾ ਹਾਲੇ ਤੱਕ ਇਹੋ ਜਿਹਾ ਕੋਈ ਵੀ ਖਿਆਲ ਨਹੀਂ ਸੀ। ਹਾਂ, ਉਹ ਸਾਰੇ ਸਿੱਖ ਜਗਤ ਨੂੰ ਇਕੱਠੇ ਇੱਕ ਬਾਦਸ਼ਾਹਤ ਅੰਦਰ ਦੇਖਣਾ ਜ਼ਰੂਰ ਚਾਹੁੰਦਾ ਸੀ, ਪਰ ਮਾਲਵੇ ਨੂੰ ਅਧੀਨ ਕਰ ਲੈਣ ਦਾ ਖਿਆਲ ਹਾਲੇ ਤੱਕ ਨਹੀਂ ਸੀ ਆਇਆ ਉਸਨੂੰ। ਉਸੇ ਸਾਲ ਦੁਬਾਰਾ ਫਿਰ ਮਹਾਰਾਜੇ ਨੂੰ ਮਾਲਵੇ ਵੱਲ ਬੁਲਾਇਆ ਗਿਆ ਆਪਣੇ ਝਗੜੇ ਨਿਪਟਾਉਣ ਲਈ। ਉਹ ਵੀ ਬੁਲਾਇਆ ਸੀ ਰਾਜਾ ਸਾਹਿਬ ਸਿੰਘ ਨੇ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਕਿਹਾ ਸੀ ਕਿ ਉਹ ਖਾਲਸਾ ਰਾਜ ਵਿੱਚ ਜੁੜ ਜਾਣ। ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਾਹੌਰ ਦਰਬਾਰ ਦੀ ਹੋਵੇਗੀ ਤੇ ਇਹਨਾਂ ਦੀਆਂ ਰਿਆਸਤਾਂ ਉਵੇਂ ਚੱਲਦੀਆਂ ਰਹਿਣਗੀਆਂ ਜਿਵੇਂ ਹੁਣ ਚੱਲ ਰਹੀਆਂ ਨੇ। ਹੁਣ ਤੁਸੀਂ ਅੱਗੇ ਇਹਨਾਂ ਦੀ ਮਾਨਸਿਕਤਾ ਦੇਖੋ ਵੀ ਆਪਦੇ ਬੰਦੇ ਤੇ ਸ਼ੱਕ ਕਰਦੇ ਸੀ, ਉਸ ਦੇ ਨਾਲ ਈਰਖਾ ਕਰਦੇ ਸੀ ਤੇ ਬੇਗਾਨੇ ਇਹਨਾਂ ਲਈ ਸੱਚੇ ਹੋ ਗਏ। ਅੰਗਰੇਜ਼ ਉਦੋਂ ਹਾਲੇ ਦਿੱਲੀ ਤੱਕ ਵੀ ਨਹੀਂ ਸੀ ਪਹੁੰਚੇ। 1806-7 ਵਿੱਚ ਅੰਗਰੇਜ਼ ਕਲਕੱਤੇ ਹੀ ਹੁੰਦੇ ਸੀ, ਇੱਧਰ ਦਿੱਲੀ ਪੰਜਾਬ ਵੱਲ ਨਹੀਂ ਸੀ ਆਏ। ਪਰ ਇਹ ਮੰਦਬੁੱਧੀ ਵਾਲੇ ਰਾਜਿਆਂ ਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਉੱਤੇ ਹਮਲਾ ਕਰਕੇ ਆਪਣੇ ਵਿੱਚ ਰਲਾਉਣਾ ਚਾਹੁੰਦਾ ਹੈ, ਕਿ ਸਾਨੂੰ ਮਹਾਰਾਜੇ ਤੋਂ ਡਰ ਲੱਗਦਾ ਹੈ
ਤੇ ਸਾਨੂੰ ਅੰਗਰੇਜ਼ ਹਕੂਮਤ ਸੁਰੱਖਿਆ ਮੁਹੱਈਆ ਕਰਵਾਈ ਤਾਂ ਅਸੀਂ ਉਹਨਾਂ ਦੀ ਗੁਲਾਮੀ ਮਨਜ਼ੂਰ ਕਰ ਲਵਾਂਗੇ। ਮਤਲਬ ਇਹ ਕਿ ਜਿਸ ਮਹਾਰਾਜੇ ਨੇ ਇਹਨਾਂ ਨੂੰ ਆਪਣਾ ਸਮਝਿਆ, ਇਹਨਾਂ ਦਾ ਭਲਾ ਸੋਚਿਆ, ਉਹ ਤਾਂ ਇਹਨਾਂ ਲਈ ਮਾੜਾ ਹੋ ਗਿਆ ਤੇ ਜਿਹੜੇ ਸਾਰੇ ਹਿੰਦੁਸਤਾਨ ਨੂੰ ਲੁੱਟਦੇ, ਕੁੱਟਦੇ ਤੇ ਜ਼ੁਲਮ ਕਰਦੇ ਆ ਰਹੇ ਸੀ, ਉਹ ਇਹਨਾਂ ਲਈ ਆਪਣੇ ਹੋ ਗਏ ਸੀ। ਦਿਮਾਗ ਅਤੇ ਮਾਨਸਿਕਤਾ ਦਾ ਇੱਥੋਂ ਹੀ ਪਤਾ ਲੱਗ ਜਾਂਦਾ। ਇਹਨਾਂ ਨੇ 1 ਹਫ਼ਤੇ ਤੱਕ ਅੰਗਰੇਜ਼ਾਂ ਦੇ ਜਵਾਬ ਨੂੰ ਉਡੀਕਿਆ। ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਸਾਰੇ ਇਕੱਠੇ ਹੋ ਕੇ ਲਾਹੌਰ ਚਲੇ ਗਏ ਮਹਾਰਾਜੇ ਕੋਲ ਤੇ ਉਸਦੇ ਸਾਹਮਣੇ ਝੁਕ ਗਏ ਕਿ ਅਸੀਂ ਖਾਲਸੇ ਰਾਜ ਦੇ ਨਾਲ ਹਾਂ। ਇੱਥੋਂ ਤੱਕ ਸਭ ਠੀਕ ਸੀ। ਮਹਾਰਾਜਾ ਵੀ ਬੜਾ ਖੁਸ਼ ਹੋਇਆ। ਕੁਝ ਦਿਨਾਂ ਬਾਅਦ ਅੰਗਰੇਜ਼ਾਂ ਨੇ ਇੱਕ ਜਵਾਬੀ ਪੱਤਰ ਆਪਣੇ ਅਧਿਕਾਰੀ ਨੂੰ ਦੇ ਕੇ ਪਟਿਆਲੇ ਭੇਜਿਆ। ਜਦੋਂ ਰਾਜਾ ਸਾਹਿਬ ਸਿੰਘ ਨੇ ਸੁਣਿਆ ਕਿ ਅੰਗਰੇਜ਼ ਉਹਨਾਂ ਦੀ ਸੁਰੱਖਿਆ ਲੈਣ ਲਈ ਰਾਜੀ ਹੋ ਗਏ ਨੇ, ਇਹ ਮੰਦਬੁੱਧੀ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਵਾਅਦੇ ਨੂੰ ਭੁੱਲ ਗਿਆ ਤੇ ਅੰਗਰੇਜ਼ਾਂ ਨਾਲ ਫੇਰ ਰਲ ਗਿਆ ਸੀ। ਇਹ ਇੰਨਾ ਖੁਸ਼ ਹੋ ਗਿਆ ਕਿ ਆਪਣੇ ਮਹਿਲਾਂ ਦੀਆਂ ਸਾਰੀਆਂ ਚਾਬੀਆਂ ਵੀ ਅੰਗਰੇਜ਼ ਦੇ ਹੱਥਾਂ ਵਿੱਚ ਦੇ ਦਿੱਤੀਆਂ ਸੀ ਤੇ ਆਪਣੇ ਆਪ ਨੂੰ ਅੰਗਰੇਜ਼ਾਂ ਦਾ ਗੁਲਾਮ ਕਹਿ ਕੇ ਬੁਲਾਉਣ ਲੱਗਿਆ। ਇਹ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਲੱਗ ਗਿਆ ਸੀ। ਗੁੱਸਾ ਵੀ ਬਹੁਤ ਆਇਆ ਸੀ ਉਹਨਾਂ ਨੂੰ ਉਸ ਸਮੇਂ। ਮਹਾਰਾਜਾ ਹੁਣ ਪਟਿਆਲੇ ਨੂੰ ਜਿੱਤਣਾ ਚਾਹੁੰਦਾ ਸੀ ਕਿਸੇ ਵੀ ਹਾਲ ਤੇ ਸਾਹਿਬ ਸਿੰਘ ਨੂੰ ਕੈਦ ਕਰਕੇ ਲਾਹੌਰ ਲਿਆਉਣਾ ਚਾਹੁੰਦਾ ਸੀ। ਜਦੋਂ ਮਹਾਰਾਜੇ ਨੇ ਸਲਾਹ ਲਈ ਆਪਣੇ ਸਲਾਹਕਾਰਾਂ ਤੋਂ ਕਿ ਜੇ ਆਪਾਂ ਸਾਹਿਬ ਸਿੰਘ ਨੂੰ ਕੈਦ ਕਰ ਲਈਏ ਤਾਂ ਸਿੱਖਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੋਵੇਗਾ, ਤਾਂ ਦੱਸਿਆ ਗਿਆ ਕਿ ਸਿੱਖਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ, ਪਰ ਹੁਣ ਅੰਗਰੇਜ਼ਾਂ ਨੂੰ ਫਰਕ ਜ਼ਰੂਰ ਪਏਗਾ ਕਿਉਂਕਿ ਹੁਣ ਪਟਿਆਲਾ, ਜੀਂਦ, ਕੈਥਲ ਤੇ ਨਾਭਾ ਲਿਖਤੀ ਰੂਪ ਵਿੱਚ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਨੇ। ਤਾਂ ਮਹਾਰਾਜੇ ਨੇ ਵਿਚਾਰ ਛੱਡ ਦਿੱਤਾ ਸੀ। ਇੱਥੋਂ ਤੱਕ ਕਿ ਮਹਾਰਾਜਾ ਤੀਜੀ ਵਾਰੀ ਫੇਰ ਪਟਿਆਲੇ ਆਇਆ। ਇਸ ਵਾਰ ਉਹ ਪਟਿਆਲੇ ਕਿਸੇ ਦੇ ਬੁਲਾਉਣ ਉੱਤੇ ਨਹੀਂ, ਸਗੋਂ ਆਪਣੇ ਆਪ ਆਇਆ ਸੀ। ਮਾਲਵੇ ਦੀਆਂ ਰਿਆਸਤਾਂ ਨਾਲ ਆਪਣੇ ਸਬੰਧਾਂ ਨੂੰ ਠੀਕ ਕਰਨ ਅਤੇ ਉਹਨਾਂ ਨੂੰ ਯਕੀਨ ਦਿਵਾਉਣ ਵਾਸਤੇ। ਇਸ ਵਾਰ ਇੱਕ ਰਸਮ ਰੱਖੀ ਗਈ, ਪੱਗ ਵਟਾਉਣ ਦੀ ਰਸਮ। ਇਸ ਵਿੱਚ ਰਾਜਾ ਸਾਹਿਬ ਸਿੰਘ ਅਤੇ ਮਹਾਰਾਜੇ ਰਣਜੀਤ ਸਿੰਘ ਨੇ ਆਪਣੀ ਪੱਗ ਵਟਾ ਕੇ ਇੱਕ ਦੂਜੇ ਨੂੰ ਯਕੀਨ ਦਿਵਾਇਆ ਕਿ ਹੁਣ ਉਹ ਆਪਣੇ ਸਕੇ ਨੇ ਤੇ ਭਰਾਵਾਂ ਵਾਂਗ ਵਰਤਾ ਕਰਨਗੇ। ਉਹਨਾਂ ਦੇ ਉੱਤੇ ਯਕੀਨ ਰੱਖਿਆ ਜਾਵੇ। ਪਰ ਇਹ ਬੇਅਕਲ ਜੋ ਕਿ ਇੰਨੀ ਇੱਜ਼ਤ ਦੇ ਅਤੇ ਇੰਨੀ ਬਰਾਬਰਤਾ ਦੇ ਕਾਬਿਲ ਨਹੀਂ ਸੀ, ਪੱਗ ਵਟਾ ਕੇ ਵੀ ਮਹਾਰਾਜੇ ਨਾਲ ਧੋਖਾ ਕਮਾ ਗਿਆ। ਕਹਾਣੀ ਜਮਾਂ ਡੋਗਰ ਤੇ ਕਿਸਨੇ ਵਾਲੀ ਹੋਗੀ। ਇੱਥੇ ਸਾਹਿਬ ਸਿੰਘ ਮਹਾਰਾਜੇ ਲਈ ਡੋਗਰ ਬਣ ਗਿਆ ਸੀ। 6 ਮਾਰਚ 1807 ਨੂੰ ਇਹ ਸਾਰੇ ਰਾਜੇ ਫੇਰ ਜਾ ਕੇ ਅੰਗਰੇਜ਼ ਰੈਜ਼ੀਡੈਂਟ ਨੂੰ ਮਿਲੇ ਤੇ ਮਹਾਰਾਜੇ ਦੇ ਵੱਧ ਰਹੇ ਡਰ ਬਾਰੇ ਦੱਸਿਆ। ਮਤਲਬ ਸਭ ਕੁਝ ਹੋਣ ਤੋਂ ਬਾਅਦ, ਪੂਰੀਆਂ ਰਸਮਾਂ, ਪੱਗ ਵਟਾਉਣ ਤੋਂ ਬਾਅਦ ਵੀ ਇਹ ਮਹਾਰਾਜੇ ਦੇ ਉੱਤੇ ਯਕੀਨ ਨਹੀਂ ਸੀ ਕਰ ਪਾ ਰਹੇ ਤੇ ਉਸ ਤੋਂ ਡਰਦੇ ਸੀ। ਪਰ ਅੰਗਰੇਜ਼ਾਂ ਦੀ ਗੁਲਾਮੀ ਇਹਨਾਂ ਨੂੰ ਬੁਰੀ ਨਹੀਂ ਸੀ ਲੱਗ ਰਹੀ ਉਸ ਸਮੇਂ। ਇਸ ਮਸਲੇ ਵਿੱਚ ਇਹਨਾਂ ਨੇ 3 ਵਾਰ ਅੰਗਰੇਜ਼ਾਂ ਨਾਲ ਮੀਟਿੰਗਾਂ ਕੀਤੀਆਂ ਸੀ ਤੇ 3 ਵਾਰ ਉਹਨਾਂ ਦੇ ਸਾਹਮਣੇ ਝੁਕ ਕੇ ਗੁਲਾਮੀ ਲਈ ਪੇਸ਼ਕਸ਼ ਕੀਤੀ ਸੀ। ਮਤਲਬ ਇਹ ਸਭ ਦਾ ਇਹ ਨਿਕਲਿਆ ਕਿ ਇਹਨਾਂ ਸਰਦਾਰਾਂ ਦੀ ਵਜ੍ਹਾ ਕਰਕੇ ਅੰਗਰੇਜ਼ ਪੰਜਾਬ ਵਿੱਚ ਦਾਖਲ ਹੋ ਚੁੱਕੇ ਸੀ। ਇਹਨਾਂ ਨੇ ਲੁਧਿਆਣੇ ਕੋਲ ਆਪਣੀ ਚੌਂਕੀ ਬਣਾ ਲਈ ਸੀ। ਸਤਲੁਜ ਤੋਂ ਇਧਰਲੇ ਪਾਸੇ ਮਹਾਰਾਜੇ ਦਾ ਦਬਦਬਾ ਨਹੀਂ ਸੀ ਰਿਹਾ। ਅੰਗਰੇਜ਼ਾਂ ਨੇ ਕਈ ਵਾਰ ਮਹਾਰਾਜੇ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਚੰਗੀ ਦੋਸਤੀ ਦੇ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਮਹਾਰਾਜਾ ਵੀ ਜਾਣਦਾ ਸੀ ਕਿ ਉਹ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਨਹੀਂ ਲੈ ਸਕਦਾ ਕਿਉਂਕਿ ਉਸਦੇ ਆਪਣੇ ਹੀ ਇਸ ਵਕਤ ਉਸਦੀ ਪਿੱਠ ਤੇ ਵਾਰ ਕਰ ਰਹੇ ਨੇ। ਸਿਰਫ 2 ਹੀ ਸਾਥੀ ਸੀ ਜੋ ਮਰਨ ਤੱਕ ਮਹਾਰਾਜੇ ਦਾ ਸਾਥ ਦੇ ਸਕਦੇ ਸੀ। ਇੱਕ ਸੀ ਅਕਾਲੀ ਫੂਲਾ ਸਿੰਘ ਅਤੇ ਦੂਜਾ ਦੀਵਾਨ ਮੋਹਕਮ ਚੰਦ। ਅੰਦਰੋਂ ਅੰਦਰੀ ਅੰਗਰੇਜ਼ ਅਤੇ ਮਹਾਰਾਜੇ ਨੇ ਸਤਲੁਜ ਨੂੰ ਆਪਣੀ ਆਪਣੀ ਹੱਦ ਮੰਨ ਲਿਆ ਸੀ ਅਤੇ 1809 ਵਿੱਚ ਲਾਹੌਰ ਸੰਧੀ ਕਰਕੇ ਇਸ ਉੱਤੇ ਮੋਹਰ ਵੀ ਲਾ ਦਿੱਤੀ ਗਈ। ਇਹ ਸੰਧੀ ਸੀ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੀਆਂ ਅਤੇ ਸਤਲੁਜ ਆਪਣੀ ਆਪਣੀ ਹੱਦ ਹੋਵੇਗਾ। ਇੱਕ ਦੂਜੇ ਦੀ ਇੱਜ਼ਤ ਅਤੇ ਇਮਾਨਦਾਰੀ ਪ੍ਰਮੁੱਖ ਰਹਿਣਗੇ। ਇਸ ਨਾਲ ਹੋਇਆ ਇਹ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਤੇ ਖਾਲਸਾ ਰਾਜ ਦਾ ਪਸਾਰਾ ਹੁਣ ਸਤਲੁਜ ਤੋਂ ਇੱਧਰ ਨਹੀਂ ਸੀ ਹੋ ਸਕਦਾ। ਮਾਲਵੇ ਦਾ ਧਿਆਨ ਮਹਾਰਾਜੇ ਨੇ ਛੱਡ ਦਿੱਤਾ ਸੀ। ਇਹਨਾਂ ਰਾਜਿਆਂ ਨੇ ਖਾਲਸਾ ਰਾਜ ਤੋਂ ਆਪਣੇ ਆਪ ਨੂੰ ਦੂਰ ਕਰਕੇ ਅੰਗਰੇਜ਼ਾਂ ਦੀ ਗੁਲਾਮੀ ਆਪਣੇ ਗਲ ਵਿੱਚ ਪਾ ਲਈ ਸੀ ਤੇ ਪੰਜਾਬ ਦੇ ਭਵਿੱਖ ਨੂੰ ਵੀ ਧੁੰਦਲਾ ਕਰ ਦਿੱਤਾ ਸੀ। ਜੇ ਕਿਤੇ ਇਹ ਡਰਪੋਕ ਤੇ ਧੋਖੇਬਾਜ਼ ਰਾਜੇ ਉਸ ਸਮੇਂ ਮਹਾਰਾਜੇ ਦੀ ਮਦਦ ਵਿੱਚ ਆ ਜਾਂਦੇ ਤਾਂ ਅੰਗਰੇਜ਼ਾਂ ਦਾ ਦਿੱਲੀ ਪਾਰ ਕਰਕੇ ਇੱਧਰ ਆਉਣਾ ਟਲ ਸਕਦਾ ਸੀ। ਸ਼ਾਇਦ ਪੰਜਾਬ ਇੱਕ ਬਹੁਤ ਹੀ ਸ਼ਾਨਦਾਰ ਦੇਸ਼ ਹੁੰਦਾ। ਸ਼ਾਇਦ ਪੰਜਾਬ ਦੀ ਵੰਡ ਕਦੇ ਵੀ ਨਾ ਹੁੰਦੀ। ਸ਼ਾਇਦ ਖਾਲਸਾ ਰਾਜ ਹਮੇਸ਼ਾ ਲਈ ਰਹਿੰਦਾ। ਸ਼ਾਇਦ ਪੰਜਾਬ ਇੱਕ ਸੂਬਾ ਨਹੀਂ, ਦੇਸ਼ ਹੁੰਦਾ।